ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਆਵਤ ਦੇਖਿਓ ਮਰਦਾਨਾ, ਘਰ ਸੋਂ ਲਾ ਬਿਰਾਗ ਬਹੁਠਾਨਾ। ਜਬ ਆਵਤ ਦੇਖਿਓ ਮਰਦਾਨਾ, ਘਰ ਸੋਂ ਲਾ ਬਿਰਾਗ ਬਹੁਠਾਨਾ। ਸਤਨਾਮ ਸਿਰੇ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲ ਜੈਸੇ ਕੇਸੂ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, ਬਾਰ ਕਾ ਵਿਓਨ ਜੈਸੇ ਖੇਤ ਮਿਨ ਥਾਨ ਹੈ। जैसे बिन दीपक पावन अंधकार होत, लोने कृत बिना जैसे भोजन समान है। तैसे बिन साध संगत जन्म मरण दुख, मिटत ना ब्रह्म भय बिन गुर ज्ञान है। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੋਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਭਾਈ ਦੁਨੀ ਚੰਦ ਦੇ ਉੱਪਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਦਰਸ਼ਨ ਕਰਨ ਦੇ ਨਾਲ ਹੀ ਉਹਦਾ ਜਿਹੜਾ ਮੈਲਾ ਕਚੈਲਾ ਮਨ ਬਿਲਕੁਲ ਗੰਗਾ ਦੇ ਜਲ ਦੇ ਸਮਾਨ ਪਵਿੱਤਰ ਹੋ ਗਿਆ ਹੈ। ਜਦੋਂ ਪਤਾ ਲੱਗ ਗਿਆ ਇਸ ਹਕੀਕਤ ਦੇ ਪਰਥਾਏ ਭਾਈ ਦੁਨੀ ਚੰਦ ਜੀ ਨੂੰ ਵੀ ਇਸ ਪ੍ਰਾਣੀ ਦੇ ਤਿੰਨ ਮਿੱਤਰ ਹੋਇਆ ਕਰਦੇ ਹਨ। ਪਹਿਲੀ ਮਾਇਆ, ਦੂਜੇ ਹੈਗੇ ਰਿਸ਼ਤੇਦਾਰ ਸਾਕ ਸੰਬੰਧੀ ਪਰਿਵਾਰ ਦੇ ਮੈਂਬਰ। ਇਹਨਾਂ ਦੀ ਮਿੱਤਰਤਾਈ ਆਪੋ ਆਪਣੇ ਥਾਵਾਂ 'ਤੇ ਨਿਭਿਆ ਕਰਦੀ ਹੈ। ਤੀਜੇ ਪ੍ਰਾਣੀ ਦੇ ਕਰਮ ਹਨ। ਇਹਨਾਂ ਨੇ ਤਾਂ ਲੋਕ ਔਰ ਪਰਲੋਕ ਦੇ ਵਿੱਚ ਸਦਾ ਵਾਸਤੇ ਨਾਲ ਹੀ ਜਾਣਾ। ਜਿਹੋ ਜਿਹੇ ਕਿਸੇ ਨੇ ਕਰਮ ਕੀਤੇ, ਚਾਹੇ ਸ਼ੁਭ ਅਸ਼ੁਭ, ਚੰਗੇ ਮਾੜੇ, ਉਹਨਾਂ ਦਾ ਫਲ ਸਮਾਂ ਪਾ ਕੇ ਭੁਗਤਣਾ ਹੀ ਪਏਗਾ। ਜਦੋਂ ਇਹ ਸੋਝੀ ਭਾਈ ਦੁਨੀ ਚੰਦ ਜੀ ਦੇ ਮਨ ਦੇ ਵਿੱਚ ਵੀ ਪੈਦਾ ਹੋ ਗਈ, ਗੁਰੂ ਬਾਬਾ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਫਿਰ ਇਹ ਮਾਇਆ, ਇਹ ਜਿਹੜਾ ਧਨ ਮੈਂ ਇਕੱਠਾ ਤਾਂ ਬੜਾ ਕੀਤਾ ਹੋਇਆ ਆਪਣੇ ਪਾਸ, ਪਰ ਇਹ ਸਫਲ ਕੈਸੇ ਹੋ ਸਕਦਾ ਹੈ। ਗੁਰੂ ਬਾਬਾ ਜੀ ਕਹਿਣ ਲੱਗੇ, ਭਾਈ ਦੁਨੀ ਚੰਦ ਜੀ, ਹੁਣ ਇਹ ਮਾਇਆ ਨੂੰ ਚੰਗੇ ਪਾਸੇ ਲਗਾਏਗਾ, ਤੇਰੇ ਲਈ ਸੁੱਖਾਂ ਦਾ ਰੂਪ ਬਣ ਜੂ। ਅਗਰ ਐਸੇ
ਮਾਇਆ ਨੂੰ ਮਾੜੇ ਮਾਰਗ ਤੇ ਖਰਚ ਕਰੇਗਾ, ਇਨੀ ਫਿਰ ਦੁੱਖ ਰੂਪ ਬਣ ਜਾਣਾ ਹੈ। ਬਚਨ ਮੰਨਦੇ ਹੋਇਆ ਭਾਈ ਦੁਨੀ ਚੰਦ ਜੀ ਨੇ ਆਪਣੇ ਗੁਜ਼ਾਰੇ ਜੋਗੀ ਮਾਇਆ ਦਾ ਰੱਖ ਲਈ ਕੋਲੇ, ਬਾਕੀ ਸਾਰੀ ਸਾਧੂਆਂ ਫਕੀਰਾਂ ਗਰੀਬ ਗੁਰਬਿਆਂ ਔਰ ਲੋੜਵੰਦਾਂ ਦੀ ਸੇਵਾ ਦੇ ਵਿੱਚ ਖਰਚ ਕਰ ਦਿੱਤੀ। ਸਤਿਗੁਰੂ ਜੀ ਨੇ ਭਾਈ ਦੁਨੀ ਚੰਦ ਜੀ ਨੂੰ ਵੀ ਐਸਾ ਉਪਦੇਸ਼ ਬਖਸ਼ਿਆ, ਕਮਾਈ ਕਰਦਿਆਂ ਨੇ ਇਹਨੇ ਵੀ ਆਪਣਾ ਲੋਕ ਔਰ ਪਰਲੋਕ ਸ਼ਾਨਦਾਰ ਬਣਾ ਲਿਆ। ਜਦੋਂ ਸਤਿਗੁਰੂ ਜੀ ਲਾਹੌਰ ਸ਼ਹਿਰ ਤੋਂ ਥੋੜ੍ਹਾ ਜਿਹਾ ਅੱਗੇ ਤੁਰੇ, ਰਾਹ ਦੇ ਵਿੱਚ ਅਚਾਨਕ ਹੀ ਬਚਨ ਕੀਤਾ, ਭਾਈ ਮਰਦਾਨਾ ਜੀ ਸਾਨੂੰ ਤਾਂ ਇਸ ਟਾਈਮ 'ਤੇ ਬੇਬੇ ਜੀ ਮਨ ਦੇ ਵਿੱਚ ਯਾਦ ਕਰਦੇ ਨੇ ਸੁਲਤਾਨਪੁਰ ਦੀ ਪਾਵਨ ਧਰਤੀ 'ਤੇ। ਚੱਲ ਆਪਾਂ ਹੁਣੇ ਹੀ ਸੁਲਤਾਨਪੁਰ ਦੇ ਵਿੱਚ ਪਹੁੰਚਣਾ ਹੈ। ਇੱਕ ਛਿੰਦੇ ਵਿੱਚ ਹੀ ਸਤਿਗੁਰੂ ਜੀ ਆਪਣੀ ਰੂਹਾਨੀ ਤਾਕਤ ਦੁਆਰਾ ਜਦੋਂ ਪਹੁੰਚ ਗਏ, ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਦੇਖਣ ਸਾਰ ਬੜਾ ਚਾਅ ਚੜ੍ਹ ਗਿਆ ਸਾਰੇ ਪਰਿਵਾਰ ਨੂੰ। ਥੋੜ੍ਹੇ ਟਾਈਮ ਦੇ ਬਾਅਦ ਭਾਈ ਜੈ ਰਾਮ ਜੀ ਉਹਨਾਂ ਨੇ ਵੀ ਆ ਕੇ ਦੀਦਾਰ ਕੀਤਾ ਹੈ। ਸਾਰੇ ਇਕੱਠੇ ਹੋ ਕੇ ਬੇਨਤੀਆਂ ਕਰਨ ਲੱਗੇ, ਸੱਚੇ ਪਾਤਸ਼ਾਹ ਸਾਡੇ ਪਾਸ ਰਹੋ। ਜਦੋਂ ਦਰਸ਼ਨ ਕਰ ਲੈਂਦਾ ਨੇ ਇੱਕ ਵਾਰੀ ਆਪ ਜੀ ਦਾ ਬਸ ਉਸੇ ਟਾਈਮ 'ਤੇ ਸਾਡੇ ਤਨ ਔਰ ਮਨ ਦੇ ਅੰਦਰ ਬੜੀ ਪੁਲਕਾਵਲੀ ਪੈਦਾ ਹੋ ਜਾਂਦੀ ਹੈ। ਬੜਾ ਬੈਰਾਗ ਕੀਤਾ ਬੇਬੇ ਨਾਨਕੀ ਜੀ ਨੇ ਵੀ ਇਤਨੇ ਸਾਲਾਂ ਤੋਂ ਬਾਅਦ ਮਸਾਂ ਅੱਜ ਆਪ ਦਾ ਦਰਸ਼ਨ ਹੋਏ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਇੱਥੇ ਰਹਿਣਾ ਸਾਡੇ ਬਸ ਦੀ ਗੱਲ ਤਾਂ ਹੈ ਨਹੀਂ। ਤੌਰ ਦਰਗਾਹੋਂ ਜੋ ਜੀਵਾਂ ਦੇ ਭਲੇ ਵਾਸਤੇ ਸਤਿਗੁਰੂ ਜੀ ਦੀ ਬਹੁਤ ਵੱਡੀ ਮਹਾਨ ਡਿਊਟੀ ਲੱਗੀ ਹੈ, ਉਹ ਵੀ ਨਿਭਾਉਣੀ ਹੈ ਨਾ। ਮਹਾਰਾਜ ਕਹਿਣ ਲੱਗੇ ਵੀ ਇੱਥੇ ਰਹਿਣਾ, ਪ੍ਰਦੇਸ਼ਾਂ ਦੇ ਵਿੱਚ ਘੁੰਮਣਾ, ਇਹ ਸਾਡੇ ਹੱਥ ਦੇ ਵਿੱਚ ਨਹੀਂ। ਥੋੜ੍ਹੇ ਟਾਈਮ ਤੋਂ ਬਾਅਦ ਗੁਰੂ ਬਾਬਾ ਜੀ ਚੱਲ ਕੇ ਰਾਏ ਪੁਆਇੰਟ ਦੀ ਤਲਵੰਡੀ 'ਚ ਪਹੁੰਚ ਗਏ। ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ, ਇਹ ਵੀ ਅੰਦਰੋਂ ਅੰਦਰੀ ਬਾਰ ਅਰਦਾਸਾਂ ਕਰ ਰਹੇ ਸੀ। ਜਿੱਥੇ ਹੈ ਭਾਈ ਬਾਲਾ ਜੀ ਦੇ ਪਿਤਾ ਚੰਦਰਪਾਨ, ਉਹਨਾਂ ਨੇ ਆਪਣੇ ਬਾਹਰਲੇ ਪਾਸੇ ਖੂਹ ਲਗਾਇਆ ਹੋਇਆ ਸੀ। ਉਹ ਖੂਹ ਹੁਣ ਤੱਕ ਉਸੇ ਤਰ੍ਹਾਂ ਕਾਇਮ ਹੈ। ਖੂਹ 'ਤੇ ਮਹਾਰਾਜ ਨੇ ਆਪਣਾ ਆਸਣ ਲਗਾ ਲਿਆ। ਫਿਰ ਭਾਈ ਮਰਦਾਨੇ ਨੂੰ ਕਹਿਣ ਲੱਗੇ ਵੀ ਜਾ ਤੂੰ ਵੀ ਆਪਣੇ ਪਰਿਵਾਰ ਨੂੰ ਮਿਲ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੇ ਪਰਿਵਾਰ ਦੇ ਮੈਂਬਰ ਹੈਗੇ, ਕਿਤੇ ਸਾਰੇ ਮਰ ਤਾਂ ਨਹੀਂ ਗਏ, ਕੋਈ ਪਤਾ ਨਹੀਂ। ਕਿਤਨੇ ਸਾਲਾਂ ਤੋਂ ਬਾਅਦ ਆਪਾਂ ਮਸਾਂ ਵਾਪਸ ਮੁੜੇ ਆ। ਗੁਰੂ ਬਾਬਾ ਜੀ ਕਹਿਣ ਲੱਗੇ ਮਰਦਾਨੇ ਆ ਸਾਡੇ ਹੁੰਦੇ ਇਤਨੀ ਚਿੰਤਾ ਤੈਂ ਕਿਉਂ ਮਨ ਦੇ ਵਿੱਚ ਧਾਰਨ ਕਰ ਲਈ? ਜੇਕਰ ਤੇਰੇ ਧੀਆਂ ਪੁੱਤਰ ਮਾਂ ਪਿਓ ਮਰ ਵੀ ਗਏ, ਉਹਨਾਂ ਨੂੰ ਤਾਂ ਅਸੀਂ ਦੁਬਾਰਾ ਜਿਉਂਦਾ ਕਰ ਦੇਣਾ, ਫਿਰ ਸਾਡੇ ਨਾਲ ਰਹਿਣ ਦਾ ਫਾਇਦਾ ਕੀ ਹੋਇਆ? ਉਸ ਸਮੇਂ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ, ਘਰ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਕੀ ਮੂੰਹ ਦਿਖਾਊਂਗਾ? ਮਹਾਰਾਜ ਕਹਿਣ ਲੱਗਿਆ ਰੋੜਾਂ ਦੀ ਮੁੱਠੀ ਭਰ ਕੇ ਆਪਣੇ ਕੱਪੜੇ ਦੇ ਪੱਲੇ ਦੇ ਨਾਲ ਬੰਨ੍ਹ ਲੈ, ਜੋ ਵੀ ਚਿਤਵੇਂਗਾ ਉਹੀ ਬਣ ਜੂ। ਭਾਈ ਮਰਦਾਨਾ ਜੀ ਜਦੋਂ ਘਰ ਪਹੁੰਚੇ, ਖੋਲ੍ਹਿਆ ਵੀ ਤਾਂ ਸੋਨਾ
ਬਣਿਆ ਪਿਆ ਹੈ। ਮਿਲ ਕਰਕੇ ਸਾਰਾ ਪਰਿਵਾਰ ਭਾਈ ਮਰਦਾਨਾ ਜੀ ਦਾ ਗਦਗਦ ਹੋ ਗਿਆ ਹੈ। ਇਹਨੇ ਬਸ ਉਹਨੇ ਪੈਰੀ ਵਾਪਸ ਮੋੜੇ ਪਾਤੇ। ਰਾਹ ਦੇ ਵਿੱਚ ਕੁਦਰਤੀ ਤੌਰ 'ਤੇ ਮਾਤਾ ਤ੍ਰਿਪਤਾ ਜੀ ਦੀ ਪੈ ਗਈ ਨਿਗਾਹ ਵੀ ਉਹ ਸਾਹਮਣੇ ਮਰਦਾਨਾ ਜਾ ਰਿਹਾ ਹੈ। ਚੱਕ ਮੈਂ ਪੈਰ ਮਾਤਾ ਜੀ ਆ ਕਰਕੇ ਜਦੋਂ ਪੁੱਛਣ ਲੱਗੇ ਵੀ ਮੇਰੇ ਪਿਆਰੇ ਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿੱਥੇ ਛੱਡ ਕੇ ਆ ਗਿਆ ਤੂੰ ਇਕੱਲਾ ਹੀ? ਜਿਵੇਂ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਇਹ ਤਾਂ ਚੁੱਪ ਹੀ ਕਰ ਗਿਆ, ਕੋਈ ਵਿਸ਼ੇਸ਼ ਤੌਰ 'ਤੇ ਆਪਣੇ ਵੱਲੋਂ ਜਵਾਬ ਨਹੀਂ ਦਿੱਤਾ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਬ ਆਵਤ ਦੇਖਿਓ ਮਰਦਾਨਾ। ਮਾਤਾ ਤ੍ਰਿਪਤਾ ਜੀ ਨੇ ਦੂਰੋਂ ਹੀ ਭਾਈ ਮਰਦਾਨੇ ਨੂੰ ਗਲੀ ਦੇ ਵਿੱਚ ਸਾਹਮਣੇ ਤੁਰਿਆ ਆਉਂਦਿਆਂ ਦੇਖ ਲਿਆ ਹੈ। ਘਰ ਸੋਂ ਲਾ ਬਿਰਾਗ ਬਹੁ ਠਾਨਾ। ਉਸੇ ਵਕਤ ਮਾਤਾ ਤ੍ਰਿਪਤਾ ਜੀ ਭਾਈ ਮਰਦਾਨਾ ਜੀ ਦੇ ਨਾਲ ਗਲ ਦੇ ਨਾਲ ਚੰਬੜ ਕੇ ਬੜਾ ਬੈਰਾਗ ਕਰਨ ਲੱਗ ਪਏ ਹਨ। ਪੁੱਛਿਆ ਵੀ ਦੱਸ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਵਕਤ ਕਿਸ ਥਾਂ ਤੇ ਉਹਨਾਂ ਨੂੰ ਤੋਂ ਛੱਡ ਕਰਕੇ ਆਇਆ? ਭਾਇਓ ਮੋਹ ਸਰਤਾ ਸੋ ਪਰਵਾਹ। ਮਾਤਾ ਜੀ ਦੇ ਮਨ ਦੇ ਅੰਦਰ ਸਮਝ ਲਓ ਵੀ ਇੱਕ ਮੋਹ ਰੂਪੀ ਨਦੀ ਦਾ ਬਹੁਤ ਵੱਡਾ ਪ੍ਰਵਾਹ ਮਨ ਦੇ ਅੰਦਰ ਵਗਣ ਲੱਗ ਪਿਆ। ਧੀਰਜ ਸਿਕਤਾ ਸੀਤ ਨਸਾਹਾ। ਹੁਣ ਜਿਹੜਾ ਸੀ ਧੀਰਜ ਰੂਪੀ ਪੁਲ ਉਹ ਇਸ ਬੜੇ ਪ੍ਰਬਲ ਮੋਹ ਰੂਪੀ ਪ੍ਰਵਾਹ ਨੇ ਉਹਨੂੰ ਵਿੱਚੋਂ ਹੀ ਬਹਾ ਕਰਕੇ ਰੋੜ ਲੈ ਗਿਆ। ਜੇ ਮਾੜਾ ਜਿਹਾ ਕੱਖ ਕਾਨਿਆਂ ਦਾ ਪੁਲ ਤਾਂ ਉਹੀ ਟੁੱਟ ਜਾਊ, ਮਾੜਾ ਜਿਹਾ ਕਿਤੇ ਤੇਜ਼ ਪਾਣੀ ਆ ਜਾਏ। ਕਵੀ ਜੀ ਨੇ ਬੜੇ ਸੁੰਦਰ ਪ੍ਰਮਾਣ ਬੜੇ ਸੋਹਣੇ ਸੋਹਣੇ ਅਲੰਕਾਰ ਆਪਣੇ ਵੱਲੋਂ ਬੰਨੇ ਹੋਏ ਹਨ। ਮਾਤਾ ਤ੍ਰਿਪਤਾ ਜੀ ਦੇ ਅੰਦਰ ਜਦੋਂ ਐਸਾ ਇੱਕ ਮੋਹ ਰੂਪੀ ਪ੍ਰਵਾਹ ਵਗਿਆ, ਜਿਹੜਾ ਸੀ ਧੀਰਜ ਰੂਪੀ ਪੁਲ ਉਹਦੇ ਵਿੱਚ ਹੀ ਬਹਿ ਤੁਰਿਆ। ਬਾਕ ਜੋ ਤੈਨਾ ਸਭ ਦੀਏ ਰੋੜਾਈ। ਜਿਹੜੇ ਬਚਨ ਕੀਤੇ ਭਾਈ ਮਰਦਾਨਾ ਜੀ ਨੇ ਮਾਨੋ ਸਾਰੇ ਤਣਕੇ ਕਾ ਉਸ ਬੜੇ ਤੇਜ ਪ੍ਰਵਾਹ ਰੂਪੀ ਹੜ੍ਹ ਦੇ ਵਿੱਚ ਹੀ ਬਹਿ ਗਏ ਹਨ। ਕਹਿ ਬਹੁਤ ਨਹਿ ਧੀਰ ਤੜਾਈ। ਹੁਣ ਮਾਤਾ ਜੀ ਦੇ ਮਨ ਦੇ ਅੰਦਰ ਬੜੀ ਉਪਰਾਮਤਾ ਤਾਂ ਪਹਿਲਾਂ ਹੀ ਭਰੀ ਹੋਈ ਹੈ। ਭਾਈ ਮਰਦਾਨਾ ਜੀ ਦੇ ਬਚਨ ਕਰਨ ਦੇ ਬਾਵਜੂਦ ਕੋਈ ਐਸਾ ਦਿਲਾਸਾ ਧੀਰਜ ਹਿਰਦੇ ਦੇ ਅੰਦਰ ਨਹੀਂ ਪੈਦਾ ਹੁੰਦਾ। ਸ਼੍ਰੀ ਨਾਨਕ ਕੋ ਭਾ ਅਨੁਰਾਗਾ। ਇਹੋ ਜਿਹਾ ਇੱਕ ਪ੍ਰੇਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਮਾਤਾ ਜੀ ਦੇ ਹਿਰਦੇ ਦੇ ਅੰਦਰ ਪੈਦਾ ਹੋ ਗਿਆ ਹੈ। ਕੀਨੋ ਜਨਨੀ ਬਹੁ ਬੈਰਾਗਾ। ਭਾਈ ਮਰਦਾਨਾ ਜੀ ਨੂੰ ਮਿਲਣ ਸਾਰ ਮਾਤਾ ਜੀ ਦਾ ਬੜਾ ਬੈਰਾਗ ਕਰਨ ਲੱਗ ਪਏ ਹਨ। ਕਿਤ ਕਧੀਰ ਮਹਿ ਧੀਰਜ ਧਰ ਕੈ। ਕੁਝ ਕੁ ਟਾਈਮ ਤੋਂ ਬਾਅਦ ਜਦੋਂ ਥੋੜਾ ਜਿਹਾ ਮਾਤਾ ਜੀ ਦੇ ਅੰਦਰ ਦਿਲਾਸਾ ਧੀਰਜ ਪੈਦਾ ਹੋਇਆ, ਬੂਝਣ ਲੱਗੀ ਸੋ ਬਚਨ ਉਚਰ ਕੈ। ਉਸ ਸਮੇਂ ਫਿਰ ਦੀਨ ਦੁਨੀਆ ਦੇ ਮਾਲਕ ਗੁਰੂ ਬਾਬਾ ਜੀ ਦੀ ਆਪ ਮਾਤਾ ਜੀ ਗਾਥਾ ਪੁੱਛਣ ਲੱਗੇ ਭਾਈ ਮਰਦਾਨਾ ਜੀ ਦੇ ਕੋਲੋਂ। ਸੁਤ ਨਾਨਕ ਕੀ ਖਬਰ ਸੁਣਾਵੋ। ਐ ਮਰਦਾਨਿਆ ਮੈਨੂੰ ਵੀ ਆਪਣੇ ਪਿਆਰੇ ਪੁੱਤਰ ਦੀ ਖਬਰ ਸੁਣਾਉਣੀ ਕਰ ਵੀ ਹੈ। ਇਸ ਵਕਤ ਉਹ ਕਿਸ ਥਾਂ 'ਤੇ ਜਾ ਕੇ
ਬਹਿ ਗਏ ਹਨ। ਤਜਿਓ ਥਾਨ ਕੀ ਮੋਹਿ ਬਤਾਵੋ। ਕਿਸ ਥਾਂ ਤੇ ਤੂੰ ਉਹਨਾਂ ਨੂੰ ਕੱਲਾ ਛੱਡ ਕੇ ਘਰ ਦੇ ਵਿੱਚ ਆ ਗਏ ਆ? ਜਬ ਕੇ ਨਿਕਸੇ ਤੁਮ ਘਰ ਮਾਹੀ। ਕਹਿ ਲਓ ਜਦੋਂ ਦੇ ਘਰੋਂ ਨਿਕਲਿਓ ਤਕਰੀਬਨ ਗੁਰੂ ਬਾਬਾ ਜੀ 12 ਸਾਲਾਂ ਤੋਂ ਬਾਅਦ ਫੇਰ ਕਿਤੇ ਵਾਪਸ ਮੁੜਿਆ ਕਰਦੇ ਸੀ। ਮਾਤਾ ਜੀ ਕਹਿਣ ਲੱਗੇ ਦੇਖ ਲਓ ਜਦੋਂ ਦਾ ਘਰ ਵਾਰ ਤਿਆਗਿਆ ਨਾ, ਮੁੜ ਕੇ ਕਦੇ ਵੀ ਇਸ ਨਗਰੀ ਦੇ ਵਿੱਚ ਉਹਨਾਂ ਨੇ ਫੇਰਾ ਨਹੀਂ ਪਾਇਆ ਹੈ। ਤਬ ਕੀ ਸੁਧ ਆਈ ਕਬ ਨਾਹੀ। ਹੁਣ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਕੋਈ ਸਾਇੰਸ ਨੇ ਜ਼ਿਆਦਾ ਤਰੱਕੀ ਤਾਂ ਨਹੀਂ ਕੀਤੀ ਸੀ। ਹੁਣ ਖਬਰ ਦੂਰੋਂ ਆਉਣੀ ਬੜੀ ਮੁਸ਼ਕਲ ਹੈ। ਮਾਤਾ ਜੀ ਕਹਿਣ ਲੱਗੇ ਵੀ ਕਿਤਨੇ ਸਾਲ ਤੁਸੀਂ ਤਾਂ ਬਾਹਰ ਹੀ ਫਿਰਦਿਆਂ ਗੁਜ਼ਾਰ ਦਿੱਤੇ, ਕਦੇ ਵੀ ਕੋਈ ਸੁੱਖ ਸਾਂ ਦੀ ਜਿਹੜੀ ਖਬਰ ਉਹ ਵੀ ਸਾਡੇ ਪਾਸ ਨਹੀਂ ਭੇਜੀ ਹੈ। ਮਮ ਸੁਤਾ ਸਭ ਤਜ ਕੇ ਘਰ ਬਾਰਾ। ਮਾਤਾ ਜੀ ਕਹਿਣ ਲੱਗੇ ਮਰਦਾਨਿਆ ਦੇਖ ਮੇਰਾ ਪਿਆਰਾ ਪੁੱਤਰ, ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਐਸੀ ਉਪਰਾਮਤਾ ਪੈਦਾ ਹੋ ਗਈ, ਬਿਨਾਂ ਗੱਲ ਤੋਂ ਹੀ ਘਰ-ਬਾਰ ਦਾ ਕਰਕੇ ਤਿਆਗ ਬਾਹਰ ਹੀ ਬਸ ਵਿਚਰਦੇ ਰਹਿੰਦੇ ਹਨ। ਭਾਵ ਫਕੀਰ ਕਿਆ ਹਿਰਦੈ ਵਿਚਾਰਾ। ਪਤਾ ਨਹੀਂ ਕੀ ਵਿਚਾਰ ਉਹਨਾਂ ਦੇ ਮਨ ਦੇ ਅੰਦਰ ਪੈਦਾ ਹੋ ਗਈ। ਸਾਰੀ ਪ੍ਰਾਪਰਟੀ ਇਤਨਾ ਵੱਡਾ ਘਰ-ਬਾਰ ਛੱਡ ਕੇ ਫਕੀਰ ਬਣ ਗਏ ਹਨ। ਨਿਸ ਦਿਨ ਕਰਤਿਓ ਰੁਦਨ ਬਿਤਾਉ। ਵੀ ਮੈਂ ਤਾਂ ਦਿਨ ਰਾਤ ਰੋਂਦਿਆਂ ਕਰਲਾਉਂਦਿਆਂ ਬਤੀਤ ਕਰਦੀਆਂ। ਕਰ ਔਰ ਯਾਦ ਬੈਠ ਪਛਤਾਉ। ਜ਼ਿਆਦਾ ਵੀ ਕਿਤੇ ਉਹਨਾਂ ਦੀ ਯਾਦ ਮਨ ਦੇ ਅੰਦਰ ਪੈਦਾ ਹੋ ਜਾਏ, ਉਸੇ ਬਾਤ ਮੇਰਾ ਹਿਰਦਾ ਬੜਾ ਉਦਾਸ ਹੋ ਜਾਂਦਾ ਹੈ। ਬਿਦਨ ਇੱਕ ਸੁਤ ਦੀਨੋ ਮੋਹੀ। ਵੀ ਦੇਖੋ ਵਿਧਾਤਾ ਨੇ ਇੱਕੋ ਇੱਕ ਘਰ ਦੇ ਵਿੱਚ ਪੁੱਤਰ ਬਖਸ਼ਿਆ, ਉਹ ਵੀ ਮੇਰੇ ਪਾਸ ਨਹੀਂ ਰਹਿੰਦਾ ਹੈ। ਨਹਿ ਸਮੀਪ ਕਬ ਰੱਖਿਓ ਉਹੀ। ਛੋਟੀ ਉਮਰ ਤੋਂ ਹੀ ਬਸ ਮੈਂ ਤਾਂ ਉਹਨਾਂ ਦੇ ਵਿਛੋੜੇ ਦਾ ਜਿਹੜਾ ਦੁਖੀ ਚਲਦੀ ਆਈ ਹਾਂ। ਦੋਹਰਾ ਕਾਲੂ ਕੇ ਤਬ ਅਜਰ ਮਹਿ ਪੁੰਜ ਭਏ ਨਰ ਆਈ। ਉਸ ਵਕਤ ਬਾਬਾ ਕਲਿਆਣ ਚੰਦ ਜੀ ਦੇ ਵਿਹੜੇ 'ਚ ਹੋਰ ਵੀ ਬੜੇ ਨਗਰ ਨਿਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ। ਸੁਨ ਕਰ ਮਾਤਾ ਕੀ ਬਚਨਾ ਮਰਦਾਨਾ ਤਬ ਗਾਈ। ਸੁਣ ਕਰਕੇ ਉਸ ਸਮੇਂ ਭਾਈ ਮਰਦਾਨਾ ਜੀ ਮਾਤਾ ਜੀ ਦੇ ਬਚਨਾਂ ਨੂੰ ਚੌਪਈ ਜਬ ਸੁਲਤਾਨਪੁਰੇ ਹਮ ਅਹੀ। ਕਹਿ ਲੱਗਿਆ ਮਾਤਾ ਜੀ ਵੀ ਦੇਖੋ ਜਦੋਂ ਅਸੀਂ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਘਰ ਦੇ ਨੇੜੇ ਰਿਹਾ ਕਰਦੇ ਸੀ, ਤਬ ਸ਼੍ਰੀ ਨਾਨਕ ਕੇ ਸੰਗ ਰਹੀ। ਉਦੋਂ ਮੈਂ ਗੁਰੂ ਬਾਬਾ ਜੀ ਦੀ ਸੰਗਤ ਦੇ ਵਿੱਚ ਰਹਿ ਕਰਕੇ ਬੜਾ ਲੰਮਾ ਸਮਾਂ ਬਤੀਤ ਕੀਤਾ ਹੈ। ਪੁੰਨ ਸੁਧ ਨਹਿ ਤਿਸ ਤੇ ਪਹਿਚਾਤੀ। ਪਰ ਉਹ ਤੋਂ ਬਾਅਦ ਮੈਨੂੰ ਕੋਈ ਵੀ ਪਤਾ ਨਹੀਂ ਲੱਗਿਆ। ਕਿਤ ਕੋ ਗਇਓ ਨਾ ਜਾਣਿਓ ਜਾਤੀ। ਗੁਰੂ ਬਾਬਾ ਜੀ ਨੇ ਪਹਿਲਾਂ ਹੀ ਰੋਕਿਆ ਸੀ ਵੀ ਸਾਡੀ ਕਿਸੇ ਦੇ ਪਾਸ ਜਾ ਕਰਕੇ ਤੁਸੀਂ ਤੈਂ ਖਬਰ ਸਾਰ ਨਹੀਂ ਦੱਸਣੀ ਹੈ। ਸੁਨ ਮਾਤਾ ਔਰ ਬਹੁ ਅਕੁਲਾਈ। ਇਹ ਸੁਣ ਕਰਕੇ ਤਾਂ ਮਾਤਾ ਤ੍ਰਿਪਤਾ ਜੀ ਅੱਗੇ ਨਾਲੋਂ ਵੀ ਕਈ ਗੁਣਾ ਆਪਣੇ ਮਨ ਦੇ ਵਿੱਚ ਬੜੇ ਵਿਆਕਲ ਹੋ ਗਏ। ਜਨ ਬ੍ਰਨ ਪਾਕੀ ਪਾਵ ਕਲਾਈ। ਬਚਨ ਕਾਹਦੇ ਕੀਤੇ ਭਾਈ ਮਰਦਾਨਾ ਜੀ ਨੇ? ਇਹੋ ਲੱਗਦਾ ਸੀ ਵੀ ਜਿਵੇਂ ਕੋਈ ਪੱਕੇ ਹੋਏ ਫੋੜੇ ਦੇ ਉੱਪਰ ਮੁੱਠੀ ਭਰ ਕੇ ਨੌਣ ਦੀ ਭੁੱਕਦਾ, ਕਿਤਨੀ ਤਕਲੀਫ ਕਿਤਨੀ ਪੀੜਾ ਉਹਦੇ ਵਿੱਚ ਉਸੇ ਬਾਤ ਪੈਦਾ ਹੋਣ ਲੱਗ ਪੈਂਦੀ ਆ। ਉਸ ਪੀੜਾ ਨੂੰ ਉਸ ਦੁੱਖ ਨੂੰ ਤਾਂ ਉਹੀ ਜਾਣਦਾ ਨਾ ਜਿਹਦੇ ਇਹੋ ਜਿਹਾ ਬਹੁਤ ਵੱਡਾ ਫੋੜਾ ਪੱਕਿਆ ਹੋਇਆ ਹੈ। ਅਚਾਨਕ ਮੁੱਠੀ ਭਰ ਕੇ ਲੋਣ ਦੀ ਭੁੱਕਦਾ, ਉਹ ਵੀ ਬੜਾ ਵਿਚਾਰਾ ਵਿਆਕਲ ਹੋ ਜਾਏਗਾ। ਬੋਲਣਾ ਆਬ ਬਿਕੁਲ ਤਨ ਹੋਈ। ਹੁਣ ਇਤਨਾ ਹੀ ਉਪਰਾਮਤਾ ਮਾਤਾ ਜੀ ਵੀ ਬੜੇ
ਵਿਆਕੁਲ ਹੋ ਗਏ। ਕੋਈ ਹੁਣ ਰਸਨਾ ਤੋਂ ਮਾਤਾ ਜੀ ਬਚਨ ਵੀ ਨਹੀਂ ਕਰ ਸਕਦੇ ਹਨ। ਜਨ ਸੁਤ ਬ੍ਰਿਹੋ ਮੈਂ ਪਰਕੈ ਸੋਈ। ਇਹੋ ਲੱਗਦਾ ਸੀ ਵੀ ਮਾਤਾ ਜੀ ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਛੋੜ ਰੂਪੀ ਦੁੱਖ ਦੇ ਵਿੱਚ ਬੜੇ ਵਿਆਕੁਲ ਹੋ ਗਏ। ਇਕ ਤੋ ਬ੍ਰਿਧ ਹੀਨ ਬਲ ਦੇਹੀ। ਇੱਕ ਤਾਂ ਉਮਰ ਬਹੁਤ ਵੱਡੀ ਹੋ ਗਈ, ਸਰੀਰ ਦੇ ਵਿੱਚੋਂ ਜਿਹੜਾ ਬਲ ਔਰ ਜ਼ੋਰ ਉਹ ਵੀ ਬੜਾ ਪਹਿਲਾਂ ਦੇ ਨਾਲੋਂ ਘਟ ਚੁੱਕਿਆ ਹੈ। ਪੁੰਨ ਨਾ ਪਾਈ ਸੁਧ ਤਾਤ ਸਨੇਹੀ। ਦੂਜੇ ਨੰਬਰ ਤੇ ਨਾ ਅਜੇ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਬਚਨ ਵੀ ਨਹੀਂ ਦੱਸੇ ਹੈ। ਜਾਨਤ ਹੋਤੀ ਸੰਗ ਮਰਦਾਨਾ। ਮਾਤਾ ਤ੍ਰਿਪਤਾ ਜੀ ਨੂੰ ਤਾਂ ਇਹ ਹੈ ਵੀ ਇਹ ਬੜੇ ਲੰਮੇ ਅਰਸੇ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਰਹਿੰਦੇ ਨੇ ਭਾਈ ਮਰਦਾਨਾ ਜੀ। ਤਿੰਨ ਅਸ ਦੁੱਖ ਦਾ ਬਚਨ ਬਖਾਨਾ। ਪਰ ਇਹਨੇ ਹੋ ਜਾਏ ਦੁੱਖਾਂ ਦੇ ਨਾਲ ਪਰਿਆ ਬਚਨ ਕੀਤਾ ਵੀ ਮੈਨੂੰ ਗੁਰੂ ਬਾਬਾ ਜੀ ਦੇ ਬਾਰੇ ਕੋਈ ਵਿਸ਼ੇ ਤੌਰ ਤੇ ਪਤਾ ਨਹੀਂ ਹੈ। ਜਿਉ ਸੋਖ ਤੰਗ ਮਰਮ ਦੀ ਪੇਦਾ। ਜਿਵੇਂ ਕਹਿੰਦੇ ਤਿੱਖੇ ਤਿੱਖੇ ਤੀਰ ਚਲਾਏ ਹੋਏ ਆ ਸੀਨੇ ਨੂੰ ਬਿੰਨ ਕਰਕੇ ਰੱਖ ਦਿੰਦੇ ਹਨ। ਉਹਨਾਂ ਦੇ ਨਾਲ ਬੜੀ ਪੀੜਾ ਬੜਾ ਦੁੱਖ ਸੀਨੇ ਦੇ ਵਿੱਚ ਨਾਲ ਦੀ ਨਾਲ ਹੀ ਪੈਦਾ ਹੋ ਜਾਂਦਾ ਹੈ। ਪਰੀ ਬਿਬਰਨ ਹੋਈ ਅਤ ਖੇਦਾ। ਇਤਨੀ ਤਕਲੀਫ ਇਤਨੀ ਪੀੜਾ ਮਾਤਾ ਜੀ ਦੇ ਮਨ ਦੇ ਅੰਦਰ ਵੱਧ ਗਈ। ਬੜੇ ਬੇਹੋਸ਼ ਹੋ ਗਏ ਨੇ ਉਸੇ ਟਾਈਮ ਤੇ। ਕਿਤਕ ਬਾਰ ਮਹਿ ਪੁੰਨ ਸੁਧ ਆਈ। ਪਰ ਜਦੋਂ ਥੋੜੇ ਟਾਈਮ ਤੋਂ ਬਾਅਦ ਮਾਤਾ ਜੀ ਨੂੰ ਆਪਣੇ ਆਪ ਦੀ ਹੋਸ਼ ਆ ਗਈ ਹੈ। ਲੋਚਨ ਤੀ ਆਂਸੁਨ ਜਲ ਜਾਈ। ਹੁਣ ਵੱਡੇ ਵੱਡੇ ਜਿਹੜੇ ਹੰਝੂ ਮਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਵਗਣ ਲੱਗ ਪਏ। ਚਾਤੁਰ ਘਟੀ ਬੈਠਿਓ ਮਰਦਾਨਾ। ਭਾਈ ਮਰਦਾਨਾ ਜੀ ਨੇ ਵੀ ਮਾਤਾ ਜੀ ਦੇ ਹਾਲਾਤਾਂ ਨੂੰ ਦੇਖਦੇ ਹੋਇਆਂ 4 ਘੜੀਆਂ ਦਾ ਟਾਈਮ ਪਾਸ ਬੈਠ ਕਰਕੇ ਬਤੀਤ ਕੀਤਾ। ਪੁੰਨ ਉੱਠ ਚੱਲਿਓ ਪ੍ਰਭੂ ਜਿਹ ਥਾਨਾ। ਫਿਰ ਕਾਲੀ ਦੇ ਨਾਲ ਚੱਲ ਪਿਆ ਜਿਸ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲਾਂ ਹੀ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਉਹਨਾਂ ਦੇ ਖੂਹ ਦੇ ਉੱਪਰ ਆਪਣੇ ਆਸਣ ਲਗਾ ਕਰਕੇ ਬੈਠੇ ਨੇ। ਤਬ ਤ੍ਰਿਪਤਾ ਔਰ ਧੀਰਜ ਧਰ ਕੇ। ਜਦੋਂ ਮਾਤਾ ਜੀ ਦੇ ਮਨ ਦੇ ਵਿੱਚ ਥੋੜਾ ਜਿਹਾ ਧੀਰਜ ਦਿਲਾਸਾ ਪੈਦਾ ਹੋ ਗਿਆ। ਇਸ ਬਿਲੋਕ ਔਰ ਰਹੀ ਵਿਚਰ ਕੇ। ਜਦੋਂ ਮਾਤਾ ਜੀ ਨੇ ਦੇਖ ਲਿਆ ਵੀ ਤਾਂ ਜਲਦੀ ਪਿੱਛੇ ਨੂੰ ਮੁੜ ਪਏ ਭਾਈ ਮਰਦਾਨਾ ਜੀ ਵੀ ਗੁਰੂ ਬਾਬਾ ਜੀ ਵੀ ਕਿਤੇ ਨਾ ਕਿਤੇ ਬਾਹਰ ਖੁੱਲੀ ਥਾਂ ਤੇ ਬੈਠੇ ਹੋਣੇ ਨੇ। ਬਹਿਰ ਚੱਲਿਓ ਉੱਠ ਤੋਰਨ ਜਹਵਾ। ਹੁਣ ਜਿਸ ਥਾਂ ਤੇ ਸਤਿਗੁਰੂ ਜੀ ਨੇ ਪਹਿਲਾਂ ਹੀ ਉਹਦੇ ਉੱਪਰ ਆਸਣ ਲਗਾਇਆ ਹੋਇਆ ਸੀ, ਭਾਈ ਮਰਦਾਨਾ ਜੀ ਉਸ ਦਿਸ਼ਾ ਦੇ ਵਾਲਾ ਤੁਰ ਪਿਆ ਉਸੇ ਟਾਈਮ ਤੇ। ਹੋਏ ਆਤਮਜ ਮੇਰੋ ਤਹਵਾ। ਮਾਤਾ ਤ੍ਰਿਪਤਾ ਜੀ ਨੇ ਦੇਖਣ ਸਾਰ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਨਾ ਕਿਤੇ ਬਾਹਰ ਖੁੱਲੀ ਜਗ੍ਹਾ ਤੇ ਜ਼ਰੂਰ ਬੈਠੇ ਹੋਣਗੇ। ਬਹੁਤ ਦਿਨ ਬੀਤੇ ਅਯੋ ਘਰ ਮਾਹੀ। ਇਹ ਤਾਂ ਕਿਤਨੇ ਦਿਨ ਬਤੀਤਣ ਤੋਂ ਬਾਅਦ ਮਸਾ ਆਪਣੇ ਘਰ ਨੂੰ ਵਾਪਸ ਮੁੜੇ ਹਨ। ਬਾਸੁਰ ਰਹੀਓ ਏਕ ਭੀ ਨਾਹੀ। ਹੁਣ ਭਾਈ ਮਰਦਾਨੇ ਨੇ ਤਾਂ ਇੱਕ ਦਿਨ ਵੀ ਆਪਣੇ ਘਰ ਦੇ ਵਿੱਚ ਰਹਿ ਕਰਕੇ ਬਤੀਤ ਨਹੀਂ ਨਾ ਕੀਤਾ, ਹੁਣੇ ਪਿੱਛੇ ਨੂੰ ਮੁੜ ਪਿਆ। ਦੋਹਰਾ ਇਸ ਵਿਦ ਜਨਨੀ ਮਨ ਗੁਣਤ ਮਧੁਰ ਆਸਨ ਲੇ ਓਲ। ਉਹ ਸਮੇਂ ਮਾਤਾ ਜੀ ਨੇ ਵਿਚਾਰ ਕਰਦੇ ਹੋਇਆ ਕੁਝ ਕੁ ਭੋਜਨ ਪਾਣੀ ਆਪਣੇ ਹੱਥਾਂ ਦੇ ਵਿੱਚ ਚੁੱਕ ਲਏ। ਤੋਰਨ ਗਵਨੀ ਧਾਈ ਕਰ ਲੀਨੇ ਰੁਚਰ ਨਿਚੋਲ। ਉਸੇ ਬਾਤ ਮਾਤਾ ਤ੍ਰਿਪਤਾ ਜੀ ਵੀ ਤੇਜ਼ੀ ਨਾਲ ਭਾਈ ਮਰਦਾਨਾ ਜੀ ਦੇ
ਪਿੱਛੇ ਹੀ ਤੁਰ ਪਏ ਹਨ ਵੀ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੇ ਆਪਣਾ ਆਸਣ ਲਗਾਇਆ ਹੋਣਾ ਹੈ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ। ਮਾਤਾ ਤ੍ਰਿਪਤਾ ਜੀ ਚੱਕ ਮੈਂ ਪੈਰ ਤੁਰਦਿਆਂ ਤੁਰਦਿਆਂ ਭਾਈ ਮਰਦਾਨਾ ਜੀ ਨੂੰ ਰਾਹ ਦੇ ਵਿੱਚ ਹੀ ਜਾ ਕੇ ਮਿਲ ਗਏ। ਆਤਰ ਹਵੈ ਕਰ ਬਚਨ ਬਖਾਨਾ। ਫਿਰ ਵੀ ਬੜੀ ਦੁਖਦਾਈ ਹਾਲਤ ਦੁਆਰਾ ਭਾਈ ਮਰਦਾਨਾ ਜੀ ਨੂੰ ਆਪ ਮਾਤਾ ਜੀ ਰਾਹ ਦੇ ਵਿੱਚ ਪੁੱਛਣ ਲੱਗੇ ਨੇ। ਸੁਤ ਨਾਨਕ ਸੋ ਮਿਲਹੁ ਮੋਕੋ। ਭਾਈ ਮਰਦਾਨਿਆ ਮੈਨੂੰ ਇੱਕ ਵਾਰੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੇ ਦਰਸ਼ਨ ਕਰਵਾ ਦੇਂਗਾ। ਸੁਧ ਮਰਦਾਨੇ ਹੈ ਕਹੋ ਤੋ ਕੋ। ਭਾਈ ਮਰਦਾਨਿਆ ਤੈਨੂੰ ਮੇਰੇ ਪਿਆਰੇ ਲਾਲ ਦੀ ਖਬਰ ਤਾਂ ਹੈ ਜ਼ਰੂਰ, ਪਰ ਤੂੰ ਡਰਦਾ ਹੋਇਆ ਮੇਰੇ ਪਾਸ ਕਿਉਂ ਨਹੀਂ ਦੱਸਦਾ ਹੈ? ਬਹੁਤ ਬਰਖ ਭੇ ਦੇਖਿਓ ਨਾਹੀ। ਦੇਖੋ ਉਹਨਾਂ ਦੇ ਦਰਸ਼ਨ ਕੀਤਿਆਂ ਨੂੰ ਕਿਤਨੇ ਬਰਸ ਉਸੇ ਤਰ੍ਹਾਂ ਬਤੀਤ ਹੋ ਗਏ। ਮੋਹ ਬੜਿਓ ਅਤਿਸ਼ੈ ਮਨ ਮਾਹੀ। ਮੇਰੇ ਮਨ ਦੇ ਵਿੱਚ ਵੀ ਐਸਾ ਇੱਕ ਤਰ੍ਹਾਂ ਦਾ ਜਿਹੜਾ ਮੋਹ ਵਧਿਆ ਹੋਇਆ। ਸੁਨ ਮਰਦਾਨੇ ਤੂਸ਼ਨ ਕੀਨੰ। ਭਾਈ ਮਰਦਾਨਾ ਜੀ ਡਰਦੇ ਮਾਰਿਆ ਉਹਨਾਂ ਨੇ ਬਸ ਆਪਣੀ ਜ਼ੁਬਾਨ ਤੋਂ ਚੁੱਪੇ ਧਾਰਨ ਕਰ ਲਈ ਹੈ। ਘਰ ਪੈ ਗੁਰ ਭੈ ਲਖਿਓ ਨਾ ਉਤਰ ਦੀਨੋ। ਆਪਣੇ ਵੱਲੋਂ ਕੋਈ ਵਿਸ਼ੇਸ਼ ਤੌਰ ਤੇ ਜਵਾਬ ਨਹੀਂ ਦਿੱਤਾ ਭਾਈ ਮਰਦਾਨਾ ਜੀ ਨੇ। ਜਨਨੀ ਜਾਨ ਗਈ ਤਿਹ ਬਾਤਾ। ਕੌਣ? ਭਾਈ ਮਰਦਾਨਾ ਜੀ ਦੀਆਂ ਗੱਲਾਂ ਤੋਂ ਮਾਤਾ ਜੀ ਨੇ ਤਾਂ ਪਹਿਲਾਂ ਹੀ ਮਨ ਦੇ ਵਿੱਚ ਅਨੁਮਾਨ ਲਗਾ ਲਿਆ ਵੀ ਕਿਤੇ ਨਾ ਕਿਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਸਣ ਬਾਹਰ ਹੀ ਖੁੱਲੀ ਜਗ੍ਹਾ ਤੇ ਜ਼ਰੂਰ ਲਗਾਏ ਹੋਣੇ ਨੇ। ਚਲੀ ਤਬ ਹੈ ਤਿਹ ਕੇ ਪਛਾਤਾ। ਉਸੇ ਵਕਤ ਮਾਤਾ ਤ੍ਰਿਪਤਾ ਜੀ ਦੇ ਪਿੱਛੇ ਪਿੱਛੇ ਚੱਲ ਪਏ ਨੇ। ਜਹ ਬੈਠੇ ਬੇਦੀ ਕੁਲ ਦੀਪਾ। ਜਿਸ ਥਾਂ ਤੇ ਬੇਦੀ ਕੁਲ ਦੇ ਸ਼੍ਰੋਮਣੀ ਗੁਰੂ ਬਾਬਾ ਜੀ ਨੇ ਆਪਣਾ ਜਿਹੜਾ ਆਸਣ ਭਾਈ ਚੰਦਰ ਭਾਂ ਦੇ ਖੂਹ ਦੇ ਉੱਪਰ ਲਗਾਇਆ ਹੋਇਆ ਹੈ। ਪਹੁੰਚਤ ਭੇ ਤਿਹ ਕੋਪ ਸਮੀਪਾ। ਚਲਦਿਆਂ ਮਾਤਾ ਜੀ ਵੀ ਉਸ ਖੂਹ ਦੇ ਨੇੜੇ ਚਲੇ ਗਏ ਹਨ। ਦੋਹਰਾ ਮਾਤ ਬਿਲੋਕੀ ਦੂਰ ਤੀ ਤੋਰਨ ਉਠ ਸੁਖਦਾਈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੂਰੋਂ ਹੀ ਆਪਣੇ ਮਾਤਾ ਤ੍ਰਿਪਤਾ ਜੀ ਦੇ ਕੀਤੇ ਦਰਸ਼ਨ, ਉਸੇ ਟਾਈਮ ਤੇ ਸਤਿਗੁਰੂ ਜੀ ਸਤਿਕਾਰਨ ਵਾਸਤੇ ਖੜੇ ਹੋ ਗਏ। ਚਰਨ ਬੰਦਨਾ ਸੀਸ ਧਰ ਕੀਨੀ ਆਗੇ ਆਈ। ਆਪ ਗੁਰੂ ਬਾਬਾ ਜੀ ਨੇ ਜਾ ਕਰਕੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਬਾਰ-ਬਾਰ ਮੱਥਾ ਟੇਕਿਆ। ਚੌਪਈ ਕੌਰੀ ਪਰ ਨਾਨਕ ਕੋ ਜਨਨੀ। ਉਸੇ ਵਕਤ ਮਾਤਾ ਜੀ ਨੇ ਕੁੱਟ ਕਰਕੇ ਗੁਰੂ ਬਾਬਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ। ਰੋਦਨ ਕਰਤ ਨ ਜਾਈ ਗਨਨੀ। ਹੁਣ ਉਸੇ ਵਕਤ ਗੁਰੂ ਬਾਬਾ ਜੀ ਨੂੰ ਆਪਣੇ ਲਗਾ ਕਰ ਗਿਆ ਗਲ ਦੇ ਨਾਲ ਉੱਚੀ ਉੱਚੀ ਬੜਾ ਬਿਰਲਾਪ ਕਰਨਾ ਸ਼ੁਰੂ ਕਰ ਦਿੱਤਾ ਸੀ। ਚਲਿਓ ਬਿਲੋਚਨ ਤੇ ਬਹੁ ਨੀਰੰ। ਮਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਬੜਾ ਜਿਹੜਾ ਜਲ ਵਗਣ ਲੱਗ ਪਿਆ। ਸੁਤ ਬਿਰਹਾ ਨਲ ਜਨ ਕਰ ਸੀਰੰ। ਇਹੋ ਲੱਗਦਾ ਸੀ ਵੀ ਮਾਤਾ ਜੀ ਗੁਰੂ ਬਾਬਾ ਜੀ ਦੇ ਵਿਜੋਗ ਦੇ ਵਿੱਚ ਜਿਹੜਾ ਜਲ ਨੇਤਰਾਂ ਦੇ ਵਿੱਚੋਂ ਵਗਣ ਲੱਗ ਪਿਆ, ਇੱਕ ਵਿਛੋੜਾ ਰੂਪੀ ਅੱਗ ਨੂੰ ਉਹਦੇ ਨਾਲ ਬੜਾ ਸੀਤਲ ਕਰਨ ਲੱਗ ਪਏ ਹਨ। ਅਸ਼ਰ ਪਾਤ ਸੋ ਬਸਤਰ ਪਿਗੋਈ। ਔਰ ਵੱਡੇ ਵੱਡੇ ਹੰਝੂ ਗੈਰ ਗੈਰ ਕੇ ਮਾਤਾ ਜੀ ਨੇ ਸਤਿਗੁਰੂ ਜੀ ਦੇ ਜਿਹੜੇ ਪਾਏ ਹੋਏ ਬਸਤਰ ਵੀ ਭਿਉਂਤੇ। ਜੋ ਦੇਖਤ ਸੋ ਗਦ ਗਦ ਹੋਈ। ਜਿਹੜਾ ਵੀ ਆ ਕਰਕੇ ਦਰਸ਼ਨ ਕਰਦਾ ਹੈ ਉਹਦੇ ਮਨ ਦੇ ਵਿੱਚ ਬੜੀ ਉਦਾਸੀ, ਬੜੀ ਉਪਰਾਮਤਾ ਆਪਣੇ ਆਪ ਹੀ ਪੈਦਾ ਹੋਣ ਲੱਗ ਪੈਂਦੀ ਹੈ। ਕੌਰੀ ਤੇ ਸੁਤ ਕੋ ਨਹਿ ਛੋ ਤਜਈ। ਬੜਾ ਲੰਮਾ ਸਮਾਂ ਉਸੇ ਤਰ੍ਹਾਂ ਮਾਤਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੀ ਬੁੱਕਲ ਦੇ ਵਿੱਚ
ਕੁੱਟ ਕਰਕੇ ਪਕੜਿਆ ਹੋਇਆ। ਆਦਿਕ ਬਿਰਹੋਤੀ ਮਿਲਤ ਨ ਰਜੀ। ਹੁਣ ਇਤਨਾ ਵਿਛੋੜੇ ਦਾ ਜਿਹੜਾ ਦੁੱਖ ਪੈਦਾ ਹੋ ਚੁੱਕਿਆ ਨਾ ਮਾਤਾ ਜੀ ਦੇ ਮਨ ਦੇ ਅੰਦਰ, ਅਜੇ ਵੀ ਗੁਰੂ ਬਾਬਾ ਜੀ ਨੂੰ ਆਪਣੀ ਬੁੱਕਲ ਦੇ ਵਿੱਚੋਂ ਮਾਤਾ ਜੀ ਛੱਡਣਾ ਨਹੀਂ ਚਾਹੁੰਦੇ ਹਨ। ਬਦਨ ਬਿਲੋਕਤ ਸੁੰਗਤ ਮਾਥਾ। ਹੁਣ ਬਾਰ-ਬਾਰ ਦੀਨ ਦੁਨੀਆ ਦੇ ਮਾਲਕ ਦੇ ਨੂਰਾਨੀ ਚਿਹਰੇ ਵੱਲ ਮਾਤਾ ਜੀ ਤੱਕ ਰਹੇ ਹਨ। ਕਈ ਦਫਾ ਜਿਵੇਂ ਮਾਤਾਵਾਂ ਨਿੱਕੇ ਨਿੱਕੇ ਬੱਚਿਆਂ ਨੂੰ ਗੋਦ ਦੇ ਵਿੱਚ ਲੈ ਕੇ ਉਹਨੂੰ ਲਾਡ ਪਿਆਰ ਕਰਿਆ ਕਰਦੀਆਂ ਨੇ, ਇਸੇ ਤਰ੍ਹਾਂ ਕਈ ਦਫਾ ਮਾਤਾ ਜੀ ਗੁਰੂ ਬਾਬਾ ਜੀ ਦੇ ਮਸਤਕ ਦੇ ਉੱਪਰ ਆਪਣਾ ਜਿਹੜਾ ਹੱਥ ਬਾਰ-ਬਾਰ ਫੇਰਨ ਲੱਗ ਜਾਂਦੇ ਨੇ। ਕਰਤ ਨੇਹ ਸਿਰ ਫੇਰਤ ਹਾਥਾ। ਬੜੇ ਪਿਆਰ ਦੇ ਵਿੱਚ ਆ ਕੇ ਮਾਤਾ ਤ੍ਰਿਪਤਾ ਜੀ ਨੇ ਗੁਰੂ ਬਾਬਾ ਜੀ ਦੇ ਸੀਸ ਦੇ ਉੱਪਰ ਵੀ ਬਾਰ-ਬਾਰ ਆਪਣਾ ਹੱਥ ਫੇਰਨਾ ਕੀਤਾ। ਕੋਤੀ ਬ੍ਰਿਧ ਬਲਤੀ ਤਨ ਹੀਨਾ। ਭਾਵੇਂ ਸਰੀਰ ਦੇ ਵਿੱਚ ਬੜੀ ਕਮਜ਼ੋਰੀ ਪੈਦਾ ਹੋ ਚੁੱਕੀ ਹੈ, ਪੁੰਨ ਸਮੀਪ ਬੈਸੀ ਸੁਖ ਲੀਨਾ। ਫਿਰ ਜਦੋਂ ਮਾਤਾ ਜੀ ਨੇ ਆਪਣਾ ਜਿਹੜਾ ਹਿਰਦਾ ਕਰ ਲਿਆ ਠੰਡਾ, ਬੜੇ ਬੜੇ ਨੇਤਰ ਬਹਾ ਕੇ ਫਿਰ ਗੁਰੂ ਬਾਬਾ ਜੀ ਦੇ ਨੇੜੇ ਹੋ ਕਰਕੇ ਆਪ ਬਹਿ ਗਏ ਨੇ ਮਾਤਾ ਜੀ। ਜਬ ਕਾਲੂ ਨੇ ਸੁਧ ਇਉ ਪਾਈ। ਉਧਰੋਂ ਬਾਬਾ ਕਲਿਆਣ ਚੰਦ ਜੀ ਨੂੰ ਵੀ ਮਹਾਰਾਜ ਦੀ ਆਉਣ ਦੀ ਖਬਰ ਪ੍ਰਾਪਤ ਹੋ ਗਈ। ਬੈਸਿਓ ਬਹਿਰ ਤਾਤ ਮਮ ਆਈ। ਪਤਾ ਲੱਗਿਆ ਵੀ ਕੋਈ ਇੱਕ ਮੇਰਾ ਪਿਆਰਾ ਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਖੂਹ ਤੇ ਆ ਕੇ ਬਹਿ ਗਏ ਹਨ। ਤਤ ਛਿਨ ਜੀਨ ਤੁਰੰਗਨ ਪਾਵਾ। ਹੁਣ ਬਾਬਾ ਕਲਿਆਣ ਚੰਦ ਜੀ ਨੇ ਸੁਣਨ ਅਨੁਸਾਰ ਨਾਲ ਦੀ ਨਾਲ ਆਪਣੇ ਘੋੜੀ ਦੇ ਉੱਪਰ ਕਾਠੀ ਪਵਾ ਲਈ। ਹਵੈ ਅਰੋੜ ਤੋਰਨ ਤਬ ਆਵਾ। ਘੋੜੀ ਤੇ ਚੜ ਕੇ ਬਾਬਾ ਕਲਿਆਣ ਚੰਦ ਜੀ ਉਸੇ ਟਾਈਮ ਤੇ ਗੁਰੂ ਬਾਬਾ ਜੀ ਦੇ ਬਲ ਚੱਲ ਪਏ ਨੇ। ਪਿਤਾ ਬਿਲੋਕ ਉਠੇ ਦੁਖ ਕੰਦਨ। ਦੁੱਖਾਂ ਨੂੰ ਕੱਟਣ ਵਾਲੇ ਸਰਬਗੰਤਰਯਾਮੀ ਗੁਰੂ ਬਾਬਾ ਜੀ ਨੇ ਫਿਰ ਜਦੋਂ ਆਪਣੇ ਪਿਤਾ ਜੀ ਦੇ ਦੂਰੋਂ ਹੀ ਅਜੇ ਦਰਸ਼ਨ ਕੀਤੇ ਨੇ। ਪਾਦਾਰ ਬਿੰਦ ਕਰਤ ਭੇ ਬੰਧਨ। ਜਾ ਕਰਕੇ ਪਿਤਾ ਦੇ ਚਰਨਾਂ ਦੇ ਉੱਪਰ ਵੀ ਮਹਾਰਾਜ ਨੇ ਬਾਰ-ਬਾਰ ਮੱਥਾ ਟੇਕਿਆ। ਬੜਬਾ ਤੇ ਉਤਰਿਓ ਤਤਕਾਲਾ। ਜਿਆਦਾ ਬਾਬਾ ਕਲਿਆਣ ਚੰਦ ਜੀ ਤਤ ਛਿਨ ਜਾ ਕਰਕੇ ਆਪਣੀ ਘੋੜੀ ਤੋਂ ਥੱਲੇ ਉਤਰੇ ਨੇ। ਘਰ ਸੋਂ ਲਾਇਓ ਪ੍ਰੇਮ ਵਿਸਾਲਾ। ਬਾਬਾ ਕਲਿਆਣ ਚੰਦ ਜੀ ਨੇ ਵੀ ਬੜੇ ਪ੍ਰੇਮ ਦੇ ਸਹਿਤ ਹੋ ਕੇ ਗੁਰੂ ਬਾਬਾ ਜੀ ਨੂੰ ਉੱਟ ਕਰਕੇ ਆਪਣੇ ਗਲ ਦੇ ਨਾਲ ਲਗਾ ਲਿਆ। ਜਨ ਬਹੁ ਭੁਖੇ ਮਿਲਿਓ ਆਹਾਰਾ। ਇਉਂ ਲੱਗਦਾ ਸੀ ਬਾਬਾ ਕਲਿਆਣ ਚੰਦ ਜੀ ਨੂੰ ਦਰਸ਼ਨ ਕਰਕੇ ਵੀ ਜਿਵੇਂ ਕਈ ਦਿਨਾਂ ਦੇ ਭੁੱਖੇ ਨੂੰ 2-4 ਗਰਾਹੀਆਂ ਕਿਤੇ ਭੋਜਨ ਦੀਆਂ ਮਿਲ ਜਾਣ, ਉਹ ਵੀ ਮਨ ਦੇ ਵਿੱਚ ਬੜਾ ਪ੍ਰਸੰਨ ਹੋ ਜਾਂਦਾ ਹੈ। ਐਸੀ ਖੁਸ਼ੀ ਬਾਬਾ ਕਲਿਆਣ ਚੰਦ ਜੀ ਦੇ ਚਿੱਤ ਦੇ ਵਿੱਚ ਪੈਦਾ ਹੋ ਗਈ ਜਦੋਂ ਗੁਰੂ ਬਾਬਾ ਜੀ ਦਾ ਦਰਸ਼ਨ ਕਰ ਲਿਆ। ਮਰਤਿਓ ਪਿਆਸੇ ਪਾਇਓ ਬਾਰਾ। ਜਾਂ ਫਿਰ ਕਹਿੰਦੇ ਕਿਸੇ ਪਿਆਸੇ ਮਰਦੇ ਹੋਏ ਨੂੰ ਅਚਾਨਕ 2-4 ਘੁੱਟਾਂ ਮੂੰਹ ਦੇ ਵਿੱਚ ਆ ਕੇ ਪਾਣੀ ਦੀਆਂ ਪਾ ਦੇ, ਉਹਦੇ ਵਿਚਾਰੇ ਦੇ ਪ੍ਰਾਣ ਬਚ ਜਾਂਦੇ ਹਨ। ਨੀਰ ਵਿਮੋਚਿਤ ਲੋਚਨ ਧਰਤੀ। ਇਸੇ ਤਰ੍ਹਾਂ ਹੁਣ ਜਿਹੜਾ ਬੈਰਾਗ ਦਾ ਜਲ ਉਹ ਵੀ ਬਾਬਾ ਕਲਿਆਣ ਚੰਦ ਜੀ ਦੇ ਨੇਤਰਾਂ ਦੇ ਵਿੱਚੋਂ ਵਗਣ ਲੱਗ ਪਏ ਹੈ। ਗਦ ਗਦ ਬੋਲਿਓ ਜਾਏ ਨਾ ਗਰਤੀ। ਇਤਨੀ ਉਦਾਸੀ ਪੈਦਾ ਹੋ ਗਈ ਬਾਬਾ ਕਲਿਆਣ ਚੰਦ ਜੀ ਦੇ ਚਿੱਤ ਦੇ ਅੰਦਰ। ਉਹਨਾਂ ਨੂੰ ਵੀ ਚੰਗੀ ਤਰ੍ਹਾਂ ਬਚਨ ਕਰਨੇ ਬੜੇ ਮੁਸ਼ਕਲ ਹੋ ਗਏ। ਆਪਰ ਲੋਕ ਸੁਨ ਕਰ ਬਹੁ ਆਈ। ਸੁਣ ਕਰਕੇ ਹੋਰ ਬੜੇ ਲੋਕ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਉੱਥੇ ਹੀ ਭਾਈ ਚੰਦਰਪਾਂ ਦੇ ਖੂਹ ਤੇ ਪਹੁੰਚਣੇ
ਸ਼ੁਰੂ ਹੋ ਗਏ ਹਨ। ਮਿਲੈ ਭਾਉ ਧਰ ਹਰਖ ਵਡਾਈ। ਜਿਹਨੂੰ ਵੀ ਲੱਗਦਾ ਪਤਾ ਉਹੀ ਬਸ ਭਾਈ ਚੰਦਰ ਭਾਂਜੀ ਦੇ ਖੂਹ ਦੇ ਵੱਲ ਚੱਕਵੇਂ ਪੈਰ ਤੁਰ ਪੈਂਦਾ। ਬੈਠ ਗਏ ਸਭ ਤਿਸ ਹੀ ਥਾਈ। ਜਿਹਨੇ ਵੀ ਖਬਰ ਸੁਣੀ ਆਉਣ ਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੈਠ ਜਾਂਦੇ ਹਨ। ਚੌਦਿਸ਼ ਮਦ ਬੇਦੀ ਕੁਲ ਰਾਈ। ਆਲੇ ਦੁਆਲੇ ਨਗਰ ਨਿਵਾਸੀਆਂ ਦਾ ਬੜਾ ਭਾਰੀ ਇਕੱਠ ਜੁੜ ਗਿਆ। ਸੈਂਟਰ ਦੇ ਵਿੱਚ ਗੁਰੂ ਬਾਬਾ ਜੀ ਆ ਬੈਠੇ ਹੋਏ ਸੋਭਾ ਪਾ ਰਹੇ ਨੇ। ਦੇਖ ਪ੍ਰੇਮ ਬਹੁ ਕੋਈ ਨਾ ਬੋਲਾ। ਹੁਣ ਇਤਨਾ ਪ੍ਰੇਮ ਮਨ ਦੇ ਵਿੱਚ ਮਾਤਾ ਪਿਤਾ ਦੀ ਬੜੀ ਉਪਰਾਮਤ ਹੈ, ਬੜੀ ਉਦਾਸੀ ਭਰੀ ਹੋਈ ਹੋਣ ਕਰਕੇ ਕਿਸੇ ਨੇ ਵੀ ਕੋਈ ਆਪਣੇ ਵੱਲੋਂ ਮਹਾਰਾਜ ਦੇ ਪਾਸ ਬਚਨ ਨਹੀਂ ਤੋਰਿਆ। ਇੱਕ ਘਟਕਾ ਲੱਗ ਰਹੇ ਅਡੋਲਾ। ਇੱਕ ਘਟਕਾ ਤੱਕ ਭਾਵ ਆਮ ਤੌਰ 'ਤੇ 24 ਕੁ ਮਿੰਟਾਂ ਦੀ ਕੜੀ ਮੋਟੇ ਤੌਰ 'ਤੇ ਅੱਧਾ ਘੰਟਾ ਕਹਿ ਦਿੰਦੇ ਹਨ। ਜਿਹੜਾ ਵੀ ਨਗਰ ਨਿਵਾਸੀ ਚੱਲ ਕੇ ਮਹਾਰਾਜ ਦੇ ਪਾਸ ਆ ਗਿਆ, ਅੱਧਾ ਕੁ ਘੰਟਾ ਕਿਸੇ ਨੇ ਵੀ ਕੋਈ ਆਪਣੇ ਵੱਲੋਂ ਬਚਨ ਵਿਲਾਸ ਨਹੀਂ ਕੀਤਾ। ਸਾਰੇ ਉਸੇ ਤਰ੍ਹਾਂ ਖਾਮੋਸ਼ ਹੋ ਕਰਕੇ ਬੈਠੇ ਨੇ ਗੁਰੂ ਬਾਬਾ ਜੀ ਦੇ ਪਾਸ। ਤ੍ਰਿਤ ਧਰ ਤ੍ਰਿਪਤਾ ਗਿਰਾ ਉਚਾਰੀ। ਜਦੋਂ ਇੱਕ ਘੜੀ ਤੋਂ ਬਾਅਦ ਫਿਰ ਮਾਤਾ ਤ੍ਰਿਪਤਾ ਜੀ ਆਪ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਬਾਰ ਬਾਰ ਸੁਤ ਤੋ ਪਰਵਾਰੀ। ਐ ਪੁੱਤਰ, ਮੈਂ ਤੇਰੇ ਉੱਪਰੋਂ ਬਾਰ-ਬਾਰ ਬਲਿਹਾਰ ਕੁਰਬਾਨ ਜਾਨੀਆਂ। ਦੋਹਰਾ ਦਰਸ਼ਨ ਦੀਨੋ ਆਨ ਕੈ ਮੋਕੋ ਕੀਓ ਨਿਹਾਲ। ਜਦੋਂ ਆਪ ਨੇ ਇਤਨੇ ਸਾਲਾਂ ਤੋਂ ਬਾਅਦ ਅੱਜ ਦਰਸ਼ਨ ਬਖਸ਼ਿਆ ਨਾ, ਸਮਝ ਲਓ ਵੀ ਮੈਂ ਸਦਾ ਵਾਸਤੇ ਨਿਹਾਲ ਹੋ ਗਈਆਂ। ਨਿਸ ਬਾਸੁਰ ਤਬ ਹੀਤ ਤੀ ਚਿੰਤਾ ਤੁਰ ਬੇਹਾਲ। ਵੀ ਤੇਰੀ ਚਿੰਤਾ ਨੇ ਤਾਂ ਮੈਨੂੰ ਬੜਾ ਹੀ ਦਿਨ ਰਾਤ ਉੱਠੇ ਪੈਰ ਬੜਾ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ। ਚੌਪਾਈ ਇੱਕ ਸੁਤ ਹਮਰੈ ਦੂਜੋ ਨਾਹੀ। ਮੈਂ ਤਾਂ ਹਰ ਵਾਰ ਇਹੀ ਮਨ ਦੇ ਵਿੱਚ ਸੋਚਦੀਆਂ ਰਹਿੰਦੀਆਂ ਵੀ ਕੋਈ ਇੱਕ ਭਗਵਾਨ ਨੇ ਪੁੱਤਰ ਬਖਸ਼ਿਆ ਮਸਾਂ ਮਸਾਂ, ਉਹ ਵੀ ਹੁਣ ਘਰ ਦੇ ਵਿੱਚ ਕਦੇ ਟਿਕ ਕਰਕੇ ਨਹੀਂ ਬੈਠੇ ਹਨ। ਪਹਿਲਾਂ ਕਾਫੀ ਜਿਹੜਾ ਟਾਈਮ ਗੁਰੂ ਬਾਬਾ ਜੀ ਨੇ ਆਪਣੀ ਭੈਣ ਬੇਬੇ ਨਾਨਕੀ ਸੁਲਤਾਨਪੁਰ ਦੇ ਵਿੱਚ ਰਹਿ ਕਰਕੇ ਬਤੀਤ ਕੀਤਾ। ਘਰ ਤਜ ਰਲਿਓ ਫਕੀਰਨ ਮਾਹੀ। ਵੀ ਪਤਾ ਨਹੀਂ ਕੋਈ ਕਿਹੋ ਜਿਹੀ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਗਈ। ਕਾਰੋਬਾਰ ਦਾ ਕਰਕੇ ਤਿਆਗ, ਉਹ ਤਾਂ ਬਸ ਫਕੀਰਾਂ ਦਰਵੇਸ਼ਾਂ ਦੇ ਸਮਾਨ ਬਣ ਚੁੱਕੇ ਹਨ। ਭਈ ਅਤੀਰ ਬਿਸੂਰਤ ਸਦਾ। ਪੁੱਤਰ ਜੀ ਮੈਂ ਤਾਂ ਧੀਰਜ ਤੋਂ ਹੋ ਕੇ ਰਹਿਤ ਦਿਨ ਰਾਤ ਬਸ ਮੈਨੂੰ ਤਾਂ ਇੱਕ ਤੇਰਾ ਹੀ ਝੋਰਾ ਮਨ ਦੇ ਵਿੱਚ ਬਣਿਆ ਰਹਿੰਦਾ। ਅਬ ਲਾਖਤ ਦਰਸ਼ਨ ਹੋਵੇ ਕਦਾ। ਮਨ ਦੇ ਵਿੱਚ ਮੈਂ ਹਰ ਵਾਰ ਇਹੀ ਸੋਚਦੇ ਰਹਿੰਦੇ ਆ ਵੀ ਪਤਾ ਨਹੀਂ ਕਿਹੜੇ ਮੈਨੂੰ ਆਪਣੇ ਪਿਆਰੇ ਪੁੱਤਰ ਦੇ ਦਰਸ਼ਨ ਹੋਣੇ ਹਨ। ਬਹੁਤ ਬਰਖ ਬੀਤੇ ਤੁਝ ਗਈ। ਆ ਦੇ ਲੋ ਕਿਤਨੇ ਸਾਲ ਤੁਸੀਂ ਆਪਣੇ ਘਰੋਂ ਜਾ ਕੇ ਬਤੀਤ ਕਰ ਦਿੱਤੇ ਹਨ। ਦੇਸ਼ ਵਿਦੇਸ਼ ਫਿਰੇ ਅਬ ਆਈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮਦੇ ਹੋਇਆ ਕਿਤਨੇ ਸਾਲ ਆਪਣੇ ਬਤੀਤ ਕਰ ਦਿੱਤੇ ਹਨ। ਅਬ ਲੋਕਤ ਆਨੰਦ ਵਿਸਾਲਾ। ਤੁਹਾਨੂੰ ਦੇਖ ਕਰਕੇ ਅੱਜ ਮੇਰੇ ਮਨ ਦੇ ਵਿੱਚ ਮਸਾਂ ਥੋੜੀ ਜੀ ਚੈਨ ਸ਼ਾਂਤੀ ਪੈਦਾ ਹੋਈ ਹੈ। ਨਹੀਂ ਤਾਂ ਫਿਰ ਹੁਣ ਅਸੀਂ ਦਿਨ ਰਾਤ ਉਸੇ ਤਰ੍ਹਾਂ ਵਿਆਕੁਲ ਹੋ ਕਰਕੇ ਆਪਣਾ ਬਤੀਤ ਕਰਦੇ ਹਾਂ। ਜਿਉ ਕੌਸ਼ਲਿਆ ਰਾਮ ਕਿਰਪਾਲਾ। ਜਿਵੇਂ ਮਾਤਾ ਕਸਲਿਆ ਨੇ ਵੀ ਜਦੋਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੂੰ ਹੋ ਗਿਆ 14 ਸਾਲਾਂ ਦਾ
ਬਣਵਾਸ। ਮਾਤਾ ਕੁਸ਼ਲਿਆ ਵੀ ਹਰ ਵਕਤ ਮਨ ਦੇ ਵਿੱਚ ਬੜਾ ਬੈਰਾਗ ਧਾਰਨ ਕਰਕੇ ਰੱਖਦੇ ਸਨ। ਮੈਂ ਵਾਰੀ ਸੁਤ ਤੋ ਪਰਵਾਰੀ। ਹੁਣ ਮਾਤਾ ਤ੍ਰਿਪਤਾ ਜੀ ਵੀ ਹੋ ਜਾਏ ਬਚਨ ਕਰਦੇ ਨੇ ਬਾਰ-ਬਾਰ, ਆਪਣੀ ਰਸਨਾ ਤੋਂ ਹੈ ਪੁੱਤਰ, ਮੈਂ ਤਾਂ ਤੇਰੇ ਉੱਪਰੋਂ ਦਿਨ ਰਾਤ 100 ਵਾਰੀ ਬਲਿਹਾਰ ਕੁਰਬਾਨ ਜਾਨੀਆਂ। ਬਾਰ ਬਾਰ ਕਹਿ ਗੁਰ ਮਹਤਾਰੀ। ਇਹ ਜਿਹੜੇ ਪ੍ਰਵਚਨ ਮਾਤਾ ਤ੍ਰਿਪਤਾ ਜੀ ਨੇ ਆਪਣੀ ਰਸਨਾ ਤੋਂ ਗੁਰੂ ਬਾਬਾ ਜੀ ਦੇ ਪਾਸ ਬਾਰ-ਬਾਰ ਕੀਤੇ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਜਦੋਂ ਐਸੇ ਬੈਰਾਗ ਉਦਾਸੀ ਵਾਲੇ ਬਚਨ ਗੁਰੂ ਬਾਬਾ ਜੀ ਨੇ ਆਪਣੀ ਮਾਤਾ ਤੋਂ ਸੁਣ ਲਏ, ਮੁਖ ਤੇ ਸ਼ਬਦ ਉਚਾਰਤ ਭੇ ਤਬ। ਹੁਣ ਉਸ ਸਮੇਂ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਅਲਾਈ ਬਾਣੀ ਦਾ ਇੱਕ ਸ਼ਬਦ ਉਚਾਰਨ ਕੀਤਾ ਹੈ। ਰਾਗ ਬਡਹੰਸ ਮਹੱਲਾ ਪਹਿਲਾ ਘਰ ਪਹਿਲਾ। ਮਹਾਰਾਜ ਨੇ ਬੰਡਹੰਸ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿੱਥੇ ਬਹੁਤ ਸਾਰੇ ਨਗਰ ਨਿਵਾਸੀ ਇਸੇ ਤਰ੍ਹਾਂ ਬਾਬਾ ਕਲਿਆਣ ਚੰਦ, ਮਾਤਾ ਤ੍ਰਿਪਤਾ ਜੀ, ਬੜਾ ਭਾਰੀ ਲੋਕਾਂ ਦਾ ਜਿਹੜਾ ਇਕੱਠ ਜੁੜ ਚੁੱਕੇ ਹੈ। ਸਤਿਗੁਰੂ ਜੀ ਨੇ ਜਿਹੜਾ ਸ਼ਬਦ ਰਾਗੀ ਸਿੰਘਾਂ ਨੂੰ ਪਹਿਲੇ ਘਰ ਦੇ ਵਿੱਚ ਕਰ ਪਹਿਲਾ, ਭਾਵ ਕਿ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦੀ ਤਾਕੀਦ ਕੀਤੀ ਹੈ। ਅਮਲੀ ਅਮਲ ਨਾ ਅੰਬੜੈ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਵੀ ਦੇਖੋ, ਦੁਨਿਆਵੀ ਲੋਕਾਂ ਦੀਆਂ ਉਦਾਹਰਣਾਂ ਦੇ ਕਰਕੇ ਮਹਾਰਾਜ ਨੇ ਸਮਝਾਇਆ, ਅਗਰ ਸਤਿਗੁਰੂ ਜੀ ਕਿਤੇ ਅਗੰਮੀ ਵਚਨ ਕਰ ਦਿੰਦੇ ਉਹਨਾਂ ਦੀ ਫਿਰ ਆਮ ਪ੍ਰਾਣੀਆਂ ਨੂੰ ਕੋਈ ਸਮਝ ਨਹੀਂ ਪਿਆ ਕਰਦੀ। ਅਮਲੀ ਅਮਲ ਨਾ ਅੰਬੜ ਹੈ, ਵੀ ਅਮਲੀ ਨੂੰ ਜਾਂ ਫਿਰ ਸ਼ਰਾਬੀ ਨੂੰ ਕਹਿ ਲਓ, ਗੱਲ ਇੱਕੋ ਹੀ ਹੈ। ਚਾਹੇ ਕੋਈ ਅਮਲੀ ਹੈ, ਚਾਹੇ ਕੋਈ ਹੈਗਾ ਬੜਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਹੈ, ਅਮਲੀ ਅਮਲ ਨਾ ਅੰਬੜ ਹੈ। ਅੰਬੜਾ ਤੋਂ ਭਾਵ ਅਮਲੀ ਨੂੰ ਅਮਲ ਨਾ ਮਿਲੇ, ਉਹ ਵੀ ਦੇਖੋ ਕਿਵੇਂ ਤੜਫਣ ਲੱਗ ਜਾਂਦੇ ਨੇ ਨਾ, ਚਾਰੇ ਪਾਸੇ ਭਾਲਦੇ ਫਿਰਦੇ ਨੇ ਵੀ ਕਿਤੋਂ ਮਾੜਾ ਮੋਟਾ ਖਾਣ ਪੀਣ ਨੂੰ ਮਿਲ ਜੇ, ਸਾਡੇ ਅੰਦਰ ਸ਼ਾਂਤੀ ਜੀ ਪੈਦਾ ਹੋ ਜੂ। ਅਮਲੀ ਅਮਲ ਨਾ ਅੰਬੜ ਹੈ। ਅਗਰ ਉਹਨਾਂ ਨੂੰ ਜ਼ਿਆਦਾ ਟਾਈਮ ਕੋਈ ਨਸ਼ਾ ਪਤਾ ਨਾ ਮਿਲੇ, ਉਹਨਾਂ ਦੀ ਤਾਂ ਫਿਰ ਜਿਵੇਂ ਕਹਿ ਦਈਏ ਵੀ ਸਰੀਰ ਦੇ ਵਿੱਚੋਂ ਜਾਨ ਨਿਕਲਣ ਵਾਲੀ ਹੋ ਜੂ। ਅਮਲੀ ਅਮਲ ਨਾ ਅੰਬੜ ਹੈ। ਗੁਰੂ ਬਾਬਾ ਜੀ ਕਹਿੰਦੇ ਅਮਲੀ ਜੀਵੈ ਅਮਲ ਖਾਏ, ਤੇ ਹਰ ਜਨ ਜੀਵੈ ਨਾਮ ਧਿਆਏ। ਜਿਹੜੇ ਹਰੀ ਦੇ ਜਨ ਪਰਮਾਤਮਾ ਦੇ ਪਿਆਰੇ, ਕਹਿੰਦੇ ਉਹਨਾਂ ਦੀ ਜਿਹੜੀ ਪ੍ਰੀਤੀ ਵੀ ਐਸੀ ਹੀ ਇੱਕ ਭਗਵਾਨ ਦੇ ਨਾਮ ਦੇ ਨਾਲ ਅੱਠੇ ਪੈਰ ਜੁੜੀ ਰਹਿੰਦੀ ਹੈ। ਆਖਾ ਜੀਵਾ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਪਹਿਲਾਂ ਵੀ ਮਾਤਾ ਤ੍ਰਿਪਤਾ ਜੀ ਨੇ ਇੱਕ ਵਾਰੀ ਗੁਰੂ ਬਾਬਾ ਜੀ ਨੇ ਪੁੱਛਿਆ, ਪੁੱਤਰ ਕੀ ਗੱਲ ਹੋ ਗਈ? ਜਦੋਂ ਵੀ ਨਾ ਤੇ ਮੈਂ ਤੇਰੇ ਵੱਲ ਥੋੜਾ ਜਿਹਾ ਨਿਗਾਹ ਮਾਰ ਕੇ ਦੇਖਦੀਆਂ ਵੀ ਤੇਰੇ ਬੁੱਲ ਹਿਲਦੇ ਦੇ ਹਿਲਦੇ, ਜਦੋਂ ਵੀ ਮੇਰੀ ਨਜ਼ਰ ਤੇਰੇ ਸੁੰਦਰ ਨੂਰਾਨੀ ਚਿਹਰੇ ਦੇ ਵੱਲ ਜਾਵੇ, ਬਹੁਦੇ ਦੀਆਂ ਮੈਂ ਤੇਰੇ ਬੁੱਲ ਹਰ ਵਕਤ ਹਿਲਦੇ ਦੇ ਹਿਲਦੀ ਰਹਿੰਦੇ ਹਨ। ਕੀ ਗੱਲ, ਕੋਈ ਬਿਮਾਰੀ ਤਾਂ ਨਹੀਂ, ਕੋਈ ਰੋਗ ਤਾਂ ਨਹੀਂ ਲੱਗਿਆ? ਆਪਾਂ ਇਹਦਾ ਫਿਰ ਇਲਾਜ ਵਗੈਰਾ ਕਰਵਾ ਲੈਂਦੇ ਆ। ਪਰ ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਬਿਮਾਰੀ ਤਾਂ ਕੋਈ ਨਹੀਂ ਸਾਨੂੰ ਲੱਗੀ ਹੋਈ, ਮੈਂ ਹਰ ਵਕਤ ਜੀਵ ਔਰ ਬੁੱਲਾਂ
ਦੇ ਨਾਲ ਜਿਹਨੂੰ ਬੈਖੜੀ ਬਾਣੀ ਕਹਿ ਦਿੰਦੇ ਹਨ, ਇਹਨਾਂ ਦੇ ਨਾਲ ਵਾਹਿਗੁਰੂ ਦਾ ਜਿਹੜਾ ਨਾਮ ਸਦਾ ਵਾਸਤੇ ਜਪਦੇ ਹੀ ਰਹਿਣਾ। ਮਾਤਾ ਜੀ ਸੁਣ ਕਰਕੇ ਹੈਰਾਨ ਹੋ ਗਏ, ਕਹਿਣ ਲੱਗੇ ਪੁੱਤਰ ਜੀ ਘੰਟਾ ਹੋਇਆ, 2-4 ਘੰਟੇ ਹੋਏ, ਪਰ ਮੈਂ ਜਦੋਂ ਵੀ ਨਿਗਾਹ ਮਾਰਦੀ ਹਾਂ ਤੇਰੇ ਬੁੱਲ ਹਿਲਦੇ ਚਲੋ। 2-4 ਘੰਟੇ ਹੋਏ ਆ ਬੈਠ ਕੇ ਨਾਮ ਜਪ ਲਿਆ। ਉਸ ਸਮੇਂ ਗੁਰੂ ਬਾਬਾ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ, ਆਸਾ ਰਾਗ ਦੇ ਵਿੱਚ, ਆਖਾ ਜੀਵਾ ਬਿਸਰੈ ਮਰ ਜਾਓ। ਮਾਤਾ ਜੀ ਵੀ ਜਿਤਨਾ ਚਿਰ ਤਾਂ ਮੈਂ ਵਾਹਿਗੁਰੂ ਦਾ ਜਪਦਾ ਨਾਮ ਆਖਾਂ ਜੀਵਾ, ਉਤਨਾ ਚਿਰ ਤਾਂ ਮੇਰੀ ਹੁੰਦੀ ਹੈ ਜ਼ਿੰਦਗੀ। ਜਦੋਂ ਕਿਤੇ ਵਾਹਿਗੁਰੂ ਦਾ ਨਾਮ ਭੁੱਲ ਗਿਆ ਨਾ, ਮੈਨੂੰ ਤਾਂ ਉਹ ਲੱਗਦਾ ਵੀ ਜਿਵੇਂ ਮੌਤ ਆ ਗਈ ਮੇਰੇ ਸਿਰ ਦੇ ਉੱਪਰ। ਆਖਾਂ ਜੀਵਾ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਮਾਤਾ ਜੀ ਕਹਿਣ ਲੱਗੇ ਬੇਟਾ ਇਹ ਜੀ ਗੱਲ ਹੈ, ਮੈਨੂੰ ਵੀ ਫਿਰ ਦਾਦੇ ਕਿਵੇਂ ਪ੍ਰਭੂ ਦਾ ਨਾਮ ਜਪੀਂਦਾ। ਪਰ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਤਨਾ ਚਿਰ ਮਨ ਦੇ ਉੱਪਰੋਂ ਪਹਿਲਾਂ ਵਾਲੇ ਸੰਸਕਾਰ ਜੋ ਵੀ ਲਿਟਰੇਚਰ ਪੜ੍ਹਦੇ ਹਾਂ ਮਨ ਦੇ ਉੱਪਰ ਇਹੋ ਜਿਹੇ ਬੁਰੇ ਖਿਆਲਾਂ ਦਾ ਅਸਰ ਪਿਆ ਹੋਇਆ, ਜਿਤਨਾ ਚਿਰ ਉਹ ਨਹੀਂ ਨਾ ਲੈਂਦੇ ਉਤਨਾ ਟਾਈਮ ਇਹ ਨਾਮ ਵੀ ਨਹੀਂ ਜਪਿਆ ਜਾਏਗਾ। ਗੁਰੂ ਬਾਬਾ ਜੀ ਨੇ ਐਸੇ ਬਚਨਾਂ ਦੁਆਰਾ ਪਹਿਲਾਂ ਵੀ ਮਾਤਾ ਜੀ ਨੂੰ ਸਮਝਾਇਆ। ਇੱਥੇ ਵੀ ਸਤਿਗੁਰੂ ਜੀ ਨੇ ਇੱਕ ਬੜਾਂਸ ਰਾਹ ਦੇ ਵਿੱਚ ਐਸੇ ਹੀ ਸ਼ਬਦ ਉਚਾਰਨ ਕੀਤਾ, ਅਮਲੀ ਅਮਲਨ ਅੰਬੜੈ ਮੱਛੀ ਨੀਰ ਨਾ ਹੋਏ। ਦੂਜੀ ਉਦਾਹਰਣ ਹੈਗੀ ਮੱਛੀ ਦੀ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਬੂੰਦ ਵਿਉਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕਰੰਕੈ ਵੇਦਿਆ ਸਨਮੁਖਟ ਧਾਵੈ। ਪਵਰ ਲੋਭੀ ਕੁਸੰਬਾਸਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਗਾਵੈ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਇਹ ਸ਼ਬਦ ਮਾਤਾ ਜੀ ਨੂੰ ਸੁਣਾਉਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਈ। ਜੋ ਰਤੀ ਸਹਿ ਆਪਣੈ ਤਿਨ ਭਾਵੈ ਸਭ ਕੋਈ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਈ। ਜੋ ਰਤੀ ਸਹਿ ਆਪਣੈ ਤਿਨ ਭਾਵੈ ਸਭ ਕੋਈ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ